ਕੀ ਕਹਿਣਗੇ। ਬੜਾ ਧਰਮੀ ਅਖਵਾਉਂਦਾ ਸੀ, ਬੜਾ ਇਮਾਨਦਾਰ ਅਖਵਾਉਂਦਾ ਸੀ ਔਰ ਬੜਾ ਹਿਸਾਬੀ ਤੇ ਕਿਤਾਬੀ ਅਖਵਾਉਂਦਾ ਸੀ। ਤੇ ਅੱਜ ਕਿਸੇ ਦਾ ਉਹਨੇ ਹਜ਼ਾਰਾਂ ਦਾ ਨੁਕਸਾਨ ਕਰ ਦਿੱਤਾ ਹੈ। ਇਹਨੇ ਬੇਈਮਾਨੀ ਕਰਕੇ ਇੰਨਾ ਪੈਸਾ ਆਪਣੇ ਘਰ ਵਿੱਚ ਪਾ ਲਿਆ। ਵਿਚਾਰ ਚੱਲ ਰਹੀ ਹੈ ਭਾਈ ਲਹਿਣਾ ਜੀ ਦੇ ਮਨ ਦੇ ਵਿੱਚ ਔਰ ਚਲਦਿਆਂ ਚਲਦਿਆਂ ਦਿਮਾਗ ਵਿੱਚ ਇੱਕ ਗੱਲ ਆਈ ਕਿ ਤਖਤ ਮਲ ਦੀ ਸਪੁੱਤਰੀ ਬੀਬੀ ਵਿਰਾਈ, ਜਿਹੜੀ ਮੇਰੇ ਪਿਤਾ ਜੀ ਦੀ ਧਰਮ ਦੀ ਭੈਣ ਹੈ, ਬੜੀ ਧਰਮਣ ਹੈ। ਤੇ ਭਾਈ ਲਹਿਣਾ ਜੀ ਇਹਨੂੰ ਭੂਆ ਜੀ ਕਹਿੰਦੇ ਸਨ। ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਭੂਆ ਜੀ ਕਹਿੰਦੇ ਸਨ ਬੀਬੀ ਵਿਰਾਈ ਨੂੰ। ਤੇ ਜਦੋਂ ਇਹਦਾ ਵਿਆਹ ਹੋ ਗਿਆ ਨਾ ਖਡੂਰ ਸਾਹਿਬ, ਤੇ ਗੁਰੂ ਨਾਨਕ ਦੇਵ ਮਹਾਰਾਜ ਇਸ ਇਲਾਕੇ ਵਿੱਚ ਬਹੁਤ ਵਾਰ ਆਏ ਤੇ ਬੀਬੀ ਵਿਰਾਈ ਜੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਕਰਕੇ ਉਹ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸਿੱਖ ਹੋ ਗਈ। ਧਰਮਣ ਪਹਿਲਾਂ ਹੀ ਸੀ ਬਹੁਤ, ਪਰ ਹੁਣ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਸੰਗਤ ਹੋ ਗਈ। ਹੁਣ ਤਾਂ ਰੰਗ ਲੱਗ ਗਏ। ਹੁਣ ਬਾਣੀ ਪੜ੍ਹਦੀ ਹੈ, ਅੰਮ੍ਰਿਤ ਵੇਲੇ ਉੱਠਦੀ ਹੈ, ਸ੍ਰੀ ਜਪਜੀ ਸਾਹਿਬ ਪੜ੍ਹਦੀ ਹੈ। ਤੇ ਭਾਈ ਲਹਿਣਾ ਜੀ ਆਪਣੇ ਮਾਤਾ ਜੀ ਕੋਲੋਂ ਆਗਿਆ ਲੈ ਕੇ ਆਪਣੇ ਭੂਆ ਜੀ ਦੇ ਕੋਲ ਖਡੂਰ ਸਾਹਿਬ ਚੱਲ ਪਏ। ਤੁਰਦਿਆਂ ਤੁਰਦਿਆਂ ਕਾਫੀ ਸਮਾਂ ਬੀਤ ਗਿਆ, ਥਕਾਵਟ ਹੋ ਗਈ। ਕੋਈ ਅੱਜ ਦੀ ਤਰ੍ਹਾਂ ਕੋਈ ਵੱਡੀ ਸਾਧਨ ਤਾਂ ਹੈ ਕੋਈ ਨਹੀਂ ਸੀ। ਮੱਤੇ ਨਾਂਗੇ ਦੀ ਸਰਾਂ ਤੋਂ ਚੱਲ ਕੇ ਭਾਈ ਲਹਿਣਾ ਜੀ ਖਡੂਰ ਸਾਹਿਬ ਆਪਣੇ ਭੂਆ ਜੀ ਦੇ ਕੋਲ ਪਹੁੰਚੇ। ਹੁਣ ਜਦੋਂ ਬੀਬੀ ਵਿਰਾਈ ਜੀ ਨੇ ਦੇਖਿਆ ਮੇਰਾ ਭਤੀਜਾ ਆਇਆ, ਬੜਾ ਸਤਿਕਾਰ ਕੀਤਾ, ਗਲ ਦੇ ਨਾਲ ਲਾਇਆ, ਮੱਥਾ ਚੁੰਮਿਆ, ਅੱਜ ਮੇਰਾ ਪੁੱਤ ਆਇਆ। ਤੇ ਭਾਈ ਲਹਿਣਾ ਜੀ ਕਹਿਣ ਲੱਗੇ ਭੂਆ ਜੀ ਮਿਲਣ ਤਾਂ ਮੈਂ ਆਇਆ ਤੁਹਾਨੂੰ, ਪਰ ਮੈਂ ਅੱਜ ਕਿਸੇ ਮਕਸਦ ਵਾਸਤੇ ਆਇਆ। ਅਸੀਂ ਬੜੇ ਵੱਡੀ ਇੱਕ ਮੁਸੀਬਤ ਵਿੱਚ ਫਸ ਗਏ ਹਾਂ, ਇਹਦੇ ਵਿੱਚੋਂ ਤੁਸੀਂ ਕੱਢ ਸਕਦੇ ਹੋ। ਇੱਥੇ ਇੱਕ ਗੱਲ ਵਿਚਾਰਨਯੋਗ ਹੈ, ਜਿਹੜੇ ਬੀਬੀ ਵਿਰਾਈ ਜੀ ਦੇ ਵੱਡੇ ਭਰਾ ਸਨ 7, ਉਹਨਾਂ ਨੇ ਵੀ ਬੜੀ ਕੋਸ਼ਿਸ਼ ਕੀਤੀ ਕਿ ਬਾਬਾ ਫੇਰੂ ਮੱਲ ਜੀ ਦਾ ਹਿਸਾਬ ਕਿਤਾਬ ਬਾਬਾ ਫੇਰੂ ਮੱਲ ਨੂੰ ਬਾਹਰ ਲਿਆ ਕੇ ਕੈਦ ਵਿੱਚੋਂ ਕੱਢਿਆ ਜਾਵੇ। ਸਾਨੂੰ ਵਿਸ਼ਵਾਸ ਹੈ ਕਿ ਬਾਬਾ ਫੇਰੂ ਜੀ ਧੋਖਾ ਨਹੀਂ ਕਰਦੇ, ਪਰ ਤਖਤ ਮੱਲ ਨੇ ਆਪਣੇ ਪੁੱਤਰਾਂ ਦੀ ਗੱਲ ਵੀ ਨਾ ਮੰਨੀ, ਕਿਸੇ ਦੀ ਗੱਲ ਨਹੀਂ, ਆਪਣੀ ਧਰਮ ਇਸਤਰੀ ਦੀ ਵੀ ਗੱਲ ਨਾ ਮੰਨੀ। ਜੀਵਨ ਵਿੱਚ ਕਠੋਰਤਾ ਹੀ ਇੰਨੀ ਆ ਗਈ। ਆਖਰ ਇੱਕੋ ਹੀ ਇੱਕ ਆਸਰਾ ਕਹਿ ਲਈਏ ਜਾਂ ਇੱਕੋ ਇੱਕ ਸਾਧਨ ਨਜ਼ਰ ਕਿਹੜਾ ਆਇਆ, ਭੂਆ ਵਿਰਾਈ ਜੀ। ਹੁਣ ਸਾਰੀ ਗੱਲ ਦੱਸੀ ਭਾਈ ਲਹਿਣਾ ਜੀ ਨੇ ਬੀਬੀ ਵਿਰਾਈ ਜੀ ਨੂੰ। ਉਹ ਕਹਿਣ ਲੱਗੀ ਤੂੰ ਫਿਕਰ ਨਾ ਕਰ। ਔਰ ਜਦੋਂ ਭਾਈ ਲਹਿਣਾ ਜੀ ਆਪਣੇ ਭੂਆ ਜੀ ਦੇ ਕੋਲ ਖਡੂਰ ਸਾਹਿਬ ਆਏ ਨਾ, ਜ਼ਿਕਰ ਆਉਂਦਾ ਇਤਿਹਾਸ ਵਿੱਚ, ਉਸ ਸਮੇਂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਵੀ ਖਡੂਰ ਸਾਹਿਬ ਆਏ ਹੋਏ ਸਨ। ਤੇ ਬੀਬੀ ਵਿਰਾਈ ਜੀ ਕਹਿਣ ਲੱਗੀ ਲਹਿਣਿਆ ਅੰਮ੍ਰਿਤ ਵੇਲੇ ਸਾਡੇ ਮਾਲਕ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਬਾਹਰ ਆਏ ਨੇ ਪਾਤਸ਼ਾਹ, ਉਹਨਾਂ ਦੇ ਅਸੀਂ ਦਰਸ਼ਨ ਕਰਨ ਜਾਂਦੇ ਹਾਂ। ਆਪਾਂ ਉਹਨਾਂ ਦੇ ਦਰਸ਼ਨ ਕਰਾਂਗੇ, ਨਾਲੇ ਅਰਦਾਸ ਕਰਾਂਗੇ। ਉਸ ਤੋਂ ਬਾਅਦ ਮੈਂ ਤੇਰੇ ਨਾਲ ਆਪਾਂ ਨਗਰ ਚੱਲਾਂਗੇ, ਫਿਰ ਦੇਖਾਂਗੇ। ਮੈਂ ਆਪਣੇ ਪਿਤਾ ਜੀ ਨੂੰ ਸਮਝਾਵਾਂਗੀ ਵੀ ਮੇਰਾ ਵੀਰ ਬੇਈਮਾਨ ਨਹੀਂ ਹੋ ਸਕਦਾ। ਤੇ ਅੰਮ੍ਰਿਤ ਵੇਲਾ ਹੋਇਆ, ਬੀਬੀ ਵਿਰਾਈ ਜੀ ਤੇ ਭਾਈ ਲਹਿਣਾ ਜੀ ਇਹ ਦੋਨੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਗਏ, ਜਿੱਥੇ ਪਾਤਸ਼ਾਹ ਬਿਰਾਜਮਾਨ ਸਨ। ਭਾਈ ਲਹਿਣਾ ਜੀ ਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਇਹ ਪਹਿਲੀ ਮਿਲਣੀ ਖਡੂਰ ਸਾਹਿਬ ਦੇ ਵਿੱਚ ਹੋਈ। ਬੇਸ਼ੱਕ ਬਾਅਦ ਵਿੱਚ ਜਿਹੜੀ ਮਿਲਣੀ ਦੂਸਰੀ ਹੈ, ਇਹ
ਕਰਤਾਰਪੁਰ ਸਾਹਿਬ ਹੋਈ ਜਦੋਂ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾਂਦੇ ਸੀ। ਪ੍ਰਕਰਨ ਅੱਗੇ ਆਪਾਂ ਸਰਵਣ ਕਰਾਂਗੇ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਬੜਾ ਵੱਡਾ ਪ੍ਰਭਾਵ ਭਾਈ ਲਹਿਣਾ ਜੀ ਦੇ ਮਨ ਤੇ ਹੋਇਆ। ਬੈਠੇ ਰਹੇ, ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਗਾਹੀ ਬਚਨ ਸਰਵਣ ਕਰਦੇ ਰਹੇ। ਆਖਰ ਮਨ ਹੀ ਮਨ ਅਰਦਾਸ ਕੀਤੀ, ਪਾਤਸ਼ਾਹ ਮੇਰੇ ਪਿਤਾ ਜੀ ਇਮਾਨਦਾਰ ਨੇ, ਮੇਰੇ ਪਿਤਾ ਜੀ ਧਰਮ ਦੇ ਰਾਹ ਤੇ ਚੱਲਣ ਵਾਲੇ ਨੇ, ਮੇਰਾ ਪਿਤਾ ਬੇਈਮਾਨ ਨਹੀਂ ਹੈ। ਜੇ ਤੁਸੀਂ ਸੱਚੇ ਰੱਬ ਦੇ ਫਕੀਰ ਹੋ, ਕਿਉਂਕਿ ਉਦੋਂ ਪਤਾ ਹੀ ਨਹੀਂ ਸੀ, ਤੇ ਆਪਣੇ ਭੂਆ ਜੀ ਦੇ ਨਾਲ ਗਏ ਸਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ, ਤੇ ਕਹਿੰਦੇ ਸਮਰੱਥ ਹੋ ਤਾਂ ਮੇਰੇ ਪਿਤਾ ਦੀ ਸਹਾਇਤਾ ਕਰੋ। ਉਹਨਾਂ ਦੀ ਸੱਚਾਈ ਸਾਹਮਣੇ ਆ ਜਾਏ। ਜਿਹੜਾ ਬੇਈਮਾਨ ਕਰਕੇ ਪ੍ਰਚਾਰਿਆ ਜਾ ਰਿਹਾ ਤਖਤ ਮਲ ਵੱਲੋਂ, ਬੇਈਮਾਨੀ ਦਾ ਕਲੰਕ ਮੇਰੇ ਪਿਤਾ ਦੇ ਮੱਥੇ ਤੇ ਨਾ ਰਵੇ। ਪਾਤਸ਼ਾਹ ਕੋਲੋਂ ਆਗਿਆ ਲਈ ਬੀਬੀ ਵਰਾਈ ਜੀ ਨੇ ਆਪਣੇ ਘਰ ਆਏ, ਪ੍ਰਸ਼ਾਦਾ ਛਕਿਆ। ਇੱਥੋਂ ਭੂਆ ਤੇ ਭਤੀਜਾ ਦੋਨੋਂ ਚੱਲ ਪਏ। ਮੱਤੇ ਨਾਂਗੇ ਦੀ ਸਰਾਂ 'ਚ ਪਹੁੰਚੇ। ਸਭ ਤੋਂ ਪਹਿਲਾਂ ਆਪਣੇ ਪਿਤਾ ਜੀ ਨੂੰ ਮਿਲੀ, ਭਰਾਵਾਂ ਨਾਲ ਮਿਲੀ। ਉਸ ਤੋਂ ਬਾਅਦ ਭਾਈ ਲਹਿਣਾ ਜੀ ਬਾਬਾ ਫੇਰੂ ਜੀ ਦੇ ਘਰ ਪਹੁੰਚੇ। ਸਾਰੀ ਗੱਲਬਾਤ ਪਤਾ ਕੀਤਾ। ਆਪਣੇ ਪਿਤਾ ਨੂੰ ਚੌਧਰੀ ਤਖਤ ਮਲ ਨੂੰ ਕਹਿਣ ਲੱਗੀ, ਪਿਤਾ ਜੀ ਮੇਰੇ ਵੀਰ ਨੂੰ ਤੁਸੀਂ ਕੈਦ ਕੀਤਾ ਹੋਇਆ। ਉਹ ਕਹਿਣ ਲੱਗਾ, ਵਰਾਈ ਬੜੀ ਵੱਡੀ ਬੇਈਮਾਨੀ ਇਹਨੇ ਕੀਤੀ, ਕਰੋੜਾਂ ਦਾ ਹਜ਼ਾਰਾਂ ਦਾ ਘਾਟਾ ਪੈ ਗਿਆ। ਇਹ ਕਹਿਣ ਲੱਗੀ, ਜਿੰਨਾ ਤੇਰਾ ਘਾਟਾ ਪੈ ਗਿਆ, ਜੇ ਘਾਟਾ ਹੋਇਆ ਮੈਂ ਪੂਰਾ ਕਰਾਂਗੀ, ਪਰ ਇੱਕ ਵਾਰ ਮੇਰੇ ਵੀਰ ਨੂੰ ਕੈਦ ਚੋਂ ਬਾਹਰ ਕੱਢ, ਲੇਖਾ ਕਰ। ਮੈਂ ਨਹੀਂ ਕਹਿੰਦੀ ਮਾਫ ਕਰ ਦੇ, ਬਿਲਕੁਲ ਨਹੀਂ। ਔਰ ਬੀਬੀ ਵਰਾਈ ਦਾ ਇੰਨਾ ਪ੍ਰਭਾਵ ਮੰਨਦੇ ਸਨ। ਚੌਧਰੀ ਤਖਤ ਮਲ ਬੇਟੀ ਸੀ ਨਾ, ਸਭ ਤੋਂ ਛੋਟੀ ਸੀ, ਪਿਆਰੀ ਸੀ, ਪਰ ਉਹ ਕਹਿੰਦੀ ਮੈਨੂੰ ਪਤਾ ਮੇਰੇ ਕਹਿਣ ਤੇ ਤੂੰ ਛੱਡ ਦੇਂਗਾ, ਪਰ ਨਹੀਂ, ਲੋਕ ਕਹਿਣਗੇ ਕਿ ਚੌਧਰੀ ਤਖਤ ਮਲ ਦੀ ਧੀ ਦੇ ਕਹਿਣ ਤੇ ਛੱਡ ਦਿੱਤਾ, ਪਰ ਬੇਈਮਾਨ ਤਾਂ ਸੀ। ਹੁਣ ਜੇ ਹਿਸਾਬ ਕਿਤਾਬ ਸਹੀ ਹੋਏਗਾ ਨਾ ਤੇ ਬੇਈਮਾਨੀ ਦਾ ਕਲੰਕ ਤਾਂ ਧੋਤਾ ਜਾਣਾ। ਇਸ ਵਾਸਤੇ ਮੈਂ ਨਹੀਂ ਕਹਿੰਦੀ ਤੂੰ ਛੱਡ, ਹਿਸਾਬ ਕਰ, ਲੇਖਾ ਕਰ, ਪਰ ਕੈਦ ਵਿੱਚੋਂ ਬਾਹਰ ਕੱਢ ਕੇ। ਆਪਣੀ ਪੁੱਤਰੀ ਦੀ ਗੱਲ ਮੰਨੀ ਹੈ ਚੌਧਰੀ ਤਖਤ ਮਲ ਨੇ। ਬਾਬਾ ਫੇਰੂ ਮਲ ਜੀ ਨੂੰ ਕੈਦ ਵਿੱਚੋਂ ਬਾਹਰ ਕੱਢਿਆ ਤੇ ਬਾਬਾ ਫੇਰੂ ਜੀ ਦੇ ਨਾਲ ਪੁੱਤਰ ਭਾਈ ਲਹਿਣਾ ਜੀ ਇਹ ਵੀ ਬੈਠੇ ਨੇ ਹਿਸਾਬ ਦੇ ਵਿੱਚ। ਜਦੋਂ ਬਹੁਤ ਸਮਾਂ ਹਿਸਾਬ ਹੁੰਦਾ ਰਿਹਾ, ਹੋਰ ਵੀ ਬੜੇ ਸਿਆਣੇ ਲੋਕ ਕੋਲ ਬਿਠਾ ਲਏ ਵੀ ਕਿਤੇ ਹਿਸਾਬ ਵਿੱਚ ਹੇਰਾ ਫੇਰੀ ਨਾ ਹੋਵੇ। ਆਪ ਵੀ ਬਹਿ ਗਏ ਚੌਧਰੀ ਤਖਤ ਮਲ। ਤੇ ਸਾਧ ਸੰਗਤ ਜਦੋਂ ਹਿਸਾਬ ਹੋਇਆ ਨਾ, ਹਿਸਾਬ ਬਿਲਕੁਲ ਪੂਰਾ ਨਿਕਲਿਆ। ਜਿਹੜਾ ਹਜ਼ਾਰਾਂ ਦਾ ਘਾਟਾ ਮਹਿਸੂਸ ਹੁੰਦਾ ਸੀ, ਉਹ 1 ਰੁਪਈਏ ਦਾ ਵੀ ਘਾਟਾ ਨਾ ਪਿਆ। ਬਿਲਕੁਲ ਹਿਸਾਬ ਸਹੀ ਨਿਕਲਿਆ। ਚੌਧਰੀ ਤਖਤ ਮਲ ਨੇ ਕਈ ਵਾਰ ਮੁੜ ਕੇ ਹਿਸਾਬ ਕਰਾਇਆ, ਪਰ ਹਿਸਾਬ ਦੇ ਵਿੱਚ ਕੋਈ ਫਰਕ ਨਾ ਪਿਆ। ਪਰ ਹੁਣ ਝੂਠਾ ਪ੍ਰਚਾਰ ਬੜਾ ਕਰ ਚੁੱਕਾ ਸੀ ਤੇ ਬਾਬਾ ਫੇਰੂ ਜੀ ਕਹਿਣ ਲੱਗੇ, ਹੁਣ ਨਹੀਂ ਇਹ ਕੰਮ ਕਰਨਾ। ਬੀਬੀ ਵਿਰਾਈ ਜੀ ਨੇ ਵੀ ਬੜਾ ਸਮਝਾਇਆ ਵੀ ਕੋਈ ਗੱਲ ਨਹੀਂ, ਤੁਸੀਂ ਇਹ ਜੋ ਵੱਡੀ ਜ਼ਿੰਮੇਵਾਰੀ ਹੈ ਮੇਰੇ ਪਿਤਾ ਜੀ ਦੀ ਨਿਭਾਓ। ਪਰ ਫੇਰੂ ਮਲ ਜੀ ਕਹਿਣ ਲੱਗੇ, ਭੈਣ ਜੀ ਧਾਗਾ ਟੁੱਟਦਾ ਏ, ਬੇਸ਼ੱਕ ਉਹਨੂੰ ਦੁਬਾਰੇ ਜੋੜ ਦਿਓ, ਪਰ ਉਹਦੇ ਵਿੱਚ ਗੰਢ ਪੈ ਜਾਂਦੀ ਹੈ, ਫੇਰ ਨਹੀਂ ਜੁੜਦਾ। ਹੁਣ ਸਾਡੇ ਮਨਾਂ ਵਿੱਚ ਫਰਕ ਪੈ ਗਿਆ। ਚੌਧਰੀ ਤਖਤ ਮਲ ਦੇ ਮਨ ਵਿੱਚ ਸ਼ੱਕ ਆ ਗਿਆ। ਬੇਸ਼ੱਕ ਉਹ ਸ਼ੱਕ ਨਿਕਲ ਗਿਆ, ਤੁਸੀਂ ਦੂਰ ਕਰਵਾ ਦਿੱਤਾ ਏ,
ਪਰ ਅੱਗੇ ਤੋਂ ਜਿਹੜਾ ਪਹਿਲਾਂ ਵਿਸ਼ਵਾਸ ਸੀ ਉਹ ਵਿਸ਼ਵਾਸ ਨਹੀਂ ਬਣਨਾ। ਨਾ ਚੌਧਰੀ ਤਖਤ ਮਲ ਦਾ ਬਣਨਾ ਤੇ ਨਾ ਮੇਰਾ ਹੀ ਬਣਨਾ ਹੈ। ਮੇਰੇ ਮਨ ਵਿੱਚ ਇਹੀ ਡਰ ਰਹਿਣਾ, ਪਤਾ ਨਹੀਂ ਇਹਨੇ ਕਦੋਂ ਮੈਨੂੰ ਬੇਈਮਾਨ ਕਹਿ ਦੇਣਾ, ਔਰ ਉਹਦੇ ਮਨ ਵਿੱਚ ਇਹੀ ਰਹਿਣਾ ਕਿ ਪਤਾ ਨਹੀਂ ਕਦੋਂ ਬੇਈਮਾਨੀ ਕਰ ਲੈਣੀ ਆ। ਹੁਣ ਭੈਣ ਜੀ, ਹੁਣ ਨਹੀਂ ਇਹ ਕੰਮ ਹੋ ਸਕਦਾ। ਚੌਧਰੀ ਤਖਤ ਮਲ ਦੀ ਮੁਲਾਜ਼ਮਤ ਛੱਡ ਦਿੱਤੀ ਹੈ ਬਾਬਾ ਫੇਰੂ ਜੀ ਨੇ, ਤੇ ਬਾਬਾ ਫੇਰੂ ਮੱਲ ਜੀ ਹੁਣ ਇੱਥੇ ਆਪਣੇ ਘਰ ਦੇ ਵਿੱਚ ਹੀ ਇਹਨਾਂ ਨੇ ਇੱਕ ਦੁਕਾਨ ਕਰ ਲਈ, ਆਪਣੀ ਦੁਕਾਨ ਚਲਾ ਲਈ। ਪਰ ਪੱਛਮੀ ਹਮਲਾਵਰ ਉਹਨਾਂ ਨੇ ਇੱਧਰ ਆ ਕੇ ਲੁੱਟਾਂ ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਫਿਰੋਜ਼ਪੁਰ ਦੇ ਇਲਾਕੇ ਦੇ ਵਿੱਚ। ਤਕਰੀਬਨ ਇਹ ਜਿਹੜਾ ਫਿਰੋਜ਼ਪੁਰ ਦਾ ਇਲਾਕਾ ਨਾ, ਇੱਥੋਂ ਦਰਿਆ ਜਿਹੜਾ ਹੈ ਇਹ ਅੱਜ ਕੱਲ੍ਹ ਪਾਕਿਸਤਾਨ ਦੇ ਬਾਰਡਰ ਦੇ ਨਾਲ ਹੀ ਲੱਗ ਜਾਂਦਾ ਜਾ ਕੇ। ਔਰ ਇੱਧਰ ਦੀ ਜਿਹੜਾ ਪੱਤਣ ਸੀ, ਇਸ ਪੱਤਣ ਤੋਂ ਅਕਸਰ ਪੱਛਮੀ ਹਮਲਾਵਰ ਪੰਜਾਬ ਦੇ ਵਿੱਚ ਦਾਖਲ ਹੁੰਦੇ ਤੇ ਉੱਥੋਂ ਚੱਲਦੇ ਚੱਲਦੇ ਦਰਿਆਏ ਸਤਲੁਜ ਦੇ ਨਾਲ ਨਾਲ ਆਉਂਦੇ ਤੇ ਪੰਜਾਬ ਵਿੱਚ, ਪੰਜਾਬ ਤੋਂ ਅੱਗੇ ਦਿੱਲੀ ਵੱਲ, ਦਿੱਲੀ ਤੋਂ ਅੱਗੇ ਸਾਰੇ ਲੁੱਟਾਂ ਖੋਹਾਂ ਕਰਦੇ। ਔਰ ਪਹਿਲਾਂ ਫਿਰੋਜ਼ਪੁਰ ਦੇ ਇਲਾਕੇ ਨੂੰ ਹੀ ਬੜਾ ਲੁੱਟਿਆ ਤੇ ਬਰਬਾਦ ਕੀਤਾ ਗਿਆ। ਮੱਤੇ ਨਾਂਗੇ ਦੀ ਸਰਾਂ ਦੇ ਉੱਤੇ ਵੀ ਕਈ ਵਾਰ ਹਮਲੇ ਹੋਏ, ਕਈ ਲੋਕ ਇੱਥੋਂ ਪਲਾਇਨ ਕਰ ਗਏ, ਛੱਡ ਕੇ ਚਲੇ ਗਏ। ਦੇਖੋ ਵਿਧੀ ਕੈਸੀ ਬਣਦੀ ਹੈ। ਹਿਸਾਬ ਦੇ ਵਿੱਚ ਬੇਈਮਾਨੀ ਦਾ ਕਲੰਕ ਲੱਗਾ, ਆਖਰ ਹਿਸਾਬ ਵਿੱਚ ਬਿਲਕੁਲ ਨਿਰਦੋਸ਼ ਸਾਬਤ ਹੋਏ ਬਾਬਾ ਫੇਰੂ ਜੀ। ਹੁਣ ਦੁਕਾਨ ਕੀਤੀ ਹੈ, ਦੁਕਾਨ ਵੀ ਬਹੁਤੀ ਨਾ ਚੱਲ ਸਕੀ, ਪਰ ਇੱਧਰ ਜਦੋਂ ਲੁੱਟਾਂ ਖੋਹਾਂ ਦਾ ਬਹੁਤਾ ਜ਼ਿਆਦਾ ਪ੍ਰਭਾਵ ਚੱਲ ਪਿਆ, ਪੱਛਮੀ ਹਮਲਾਵਰ ਲੁੱਟਾਂ ਖੋਹਾਂ ਆ ਕੇ ਕਰਨ ਲੱਗ ਪਏ, ਦੁਨੀਆ ਨੂੰ ਲੁੱਟਣ ਲੱਗ ਪਏ, ਬਰਬਾਦ ਕਰਨ ਲੱਗ ਪਏ, ਤੇ ਬਾਬਾ ਫੇਰੂ ਜੀ ਉਹ ਹਰੀਕੇ ਪੱਤਣ, ਹਰੀਕਿਆਂ ਵਿੱਚ ਆ ਕੇ ਇੱਥੇ ਵਸ ਗਏ। ਇੱਥੇ ਦੁਕਾਨ ਕੀਤੀ ਤੇ ਬੜਾ